ਅੱਜ ਅਸੀਂ ਮਹਿਲਾਵਾਂ ਵਿੱਚ ਬਾਂਝਪਨ ਦੇ ਬਾਰੇ ਗੱਲ ਕਰਾਂਗੇ। ਪਰ ਇਹ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਨਾਰਮਲ ਪ੍ਰੈਗਨੈਂਸੀ ਆਮ ਗਰਭ ਅਵਸਥਾ ਕਿਵੇਂ ਹੁੰਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਮਹੀਨੇ ਔਰਤ ਦੇ ਸਰੀਰ ਵਿੱਚ ਇੱਕ ਅੰਡਾ ਬਣਦਾ ਹੈ ਜੋ ਕਿ ਟਿਊਬ ਵਿੱਚ ਆਉਂਦਾ ਹੈ। ਜੇਕਰ ਉਸੇ ਵੇਲੇ ਜਿਨਸੀ ਸੰਬੰਧ ਜਾਂ ਸੰਭੋਗ ਹੋਵੇ ਤਾਂ ਪੁਰਸ਼ ਦੇ ਸ਼ੁਕਰਾਣੂ ਤੈਰ ਕੇ ਮਹਿਲਾ ਬੱਚੇਦਾਨੀ ਵਿੱਚ ਪਹੁੰਚਦੇ ਹਨ ਅਤੇ ਫਿਰ ਬੱਚੇਦਾਨੀ ਚੋਂ ਟਿਊਬ ਵਿੱਚ ਜਾਂਦੇ ਹਨ। ਟਿਊਬ ਵਿੱਚ ਅੰਡਾ ਅਤੇ ਸ਼ੁਕਰਾਣੂ ਮਿਲਦੇ ਹਨ ਤੇ ਭਰੂਣ ਪੈਦਾ ਹੁੰਦਾ ਹੈ। ਇਹ ਭਰੂਣ 3 ਤੋਂ 4 ਦਿਨਾਂ ਤੱਕ ਟਿਊਬ ਵਿੱਚ ਰਹਿੰਦਾ ਹੈ ਅਤੇ 5ਵੇਂ ਦਿਨ ਇਹ ਬੱਚੇਦਾਨੀ ਵਿੱਚ ਪਹੁੰਚਦਾ ਹੈ ਅਤੇ ਬੱਚੇਦਾਨੀ ਵਿੱਚ ਪਹੁੰਚ ਕੇ ਆਪਣੀ ਜੜ ਜਮਾਉਂਦਾ ਹੈ। ਇਹੀ ਭਰੂਣ ਅੱਗੇ 9 ਮਹੀਨੇ ਤੱਕ ਜਾਂਦਾ ਹੈ ਅਤੇ ਫਿਰ ਜਾਂ ਤਾਂ ਨਾਰਮਲ ਡਿਲੀਵਰੀ ਰਾਹੀਂ ਜਾਂ ਫਿਰ ਸਿਜ਼ੇਰੀਅਨ ਜਾਂ ਵੱਡੇ ਆਪਰੇਸ਼ਨ ਰਾਹੀਂ ਇਸ ਦਾ ਜਨਮ ਹੁੰਦਾ ਹੈ। ਇਹ ਜੋ ਮਹਿਲਾਵਾਂ ਦੀ ਅੰਡੇਦਾਨੀ ਵਿੱਚ ਅੰਡਾ ਬਣਦਾ ਹੈ, ਇਸ ਦਾ ਕੰਟਰੋਲ ਮਹਿਲਾਵਾਂ ਦੇ ਦਿਮਾਗ ਵਿੱਚ ਪਾਏ ਜਾਣ ਵਾਲੇ ਗਲੈਂਡ ਜਿਸ ਨੂੰ ਕਿ ਪਿਤੂਤਰੀ ਗਲੈਂਡ ਕਹਿੰਦੇ ਹਨ, ਜਿਸ ਵਿੱਚੋਂ ਹਾਰਮੋਨਸ ਨਿਕਲਦੇ ਹਨ ਅਤੇ ਜੋ ਫਿਰ ਅੰਡੇਦਾਨੀ ਵਿੱਚ ਜਾ ਕੇ ਇਸ ਅੰਡੇ ਨੂੰ ਨਿਕਾਲਦੇ ਹਨ। ਇਹ ਜੋ ਹਾਰਮੋਨਸ ਨਿਕਲਦੇ ਹਨ, ਇਹ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਹੋਣੇ ਬਹੁਤ ਜ਼ਰੂਰੀ ਹਨ ਤਾਂ ਜੋ ਓਵੂਲੇਸ਼ਨ ਹੋ ਸਕੇ। ਤਾਂ ਇਹ ਸੀ ਨਾਰਮਲ ਗਰਭ ਅਵਸਥਾ। ਹੁਣ ਅਸੀਂ ਗੱਲ ਕਰਾਂਗੇ ਮਹਿਲਾਵਾਂ ਵਿੱਚ ਬਾਂਝਪਨ ਯਾਨੀ ਗਰਭ ਧਾਰਨ ਨਾ ਕਰ ਪਾਉਣ ਦੇ ਕਾਰਨਾਂ ਬਾਰੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦਿਮਾਗ ਵਿੱਚ ਪਿਤੂਤਰੀ ਗਲੈਂਡ ਵਿੱਚ ਹਾਰਮੋਨਸ ਅਸੰਤੁਲਨ ਬਾਰੇ। ਹਾਰਮੋਨ ਅਸੰਤੁਲਨ ਦਾ ਸਭ ਤੋਂ ਵੱਡਾ ਅਤੇ ਆਮ ਕਾਰਨ ਤਣਾਅ ਹੈ ਜੋ 70 ਤੋਂ 80% ਲੋਕਾਂ ਵਿੱਚ ਹੁੰਦਾ ਹੈ। ਜੇਕਰ ਸਾਨੂੰ ਸਟ੍ਰੈਸ ਰਹੇਗਾ ਤਾਂ ਹਾਰਮੋਨਸ ਵਿਗੜਨਗੇ ਅਤੇ ਸਹੀ ਮਾਤਰਾ ਵਿੱਚ ਹਾਰਮੋਨਸ ਅੰਡੇਦਾਨੀ ਚੋਂ ਨਹੀਂ ਨਿਕਲਣਗੇ ਤਾਂ ਓਵੂਲੇਸ਼ਨ ਯਾਨੀ ਕਿ ਅੰਡਾ ਨਿਕਲਣ ਦੀ ਪ੍ਰਕਿਰਿਆ ਨਹੀਂ ਹੋ ਪਾਏਗੀ। ਜੇਕਰ ਅੰਡਾ ਹੀ ਨਾ ਨਿਕਲਿਆ ਤਾਂ ਪ੍ਰੈਗਨੈਂਸੀ ਕਿਵੇਂ ਹੋਏਗੀ। ਦੂਸਰਾ ਇੱਕ ਬਹੁਤ ਹੀ ਜ਼ਰੂਰੀ ਹਾਰਮੋਨ ਹੈ, ਉਹ ਹੈ ਪ੍ਰੋਲੈਕਟਿਨ। ਇਹ ਹਾਰਮੋਨ ਜਦੋਂ ਮਹਿਲਾ ਨੂੰ ਬੱਚਾ ਪੈਦਾ ਹੋਣ ਵਾਲਾ ਹੁੰਦਾ ਹੈ ਉਸ ਵੇਲੇ ਵੱਧ ਜਾਂਦਾ ਹੈ, ਪਰ ਕਿਸੇ ਕਾਰਨ ਜੇ ਬਿਨਾਂ ਗਰਭ ਅਵਸਥਾ ਤੋਂ ਇਹ ਹਾਰਮੋਨ ਵੱਧ ਜਾਵੇ ਤਾਂ ਇਹ ਵੀ ਅੰਡਾ ਦੇਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਤੀਸਰਾ ਜੋ ਹਾਰਮੋਨ ਹੁੰਦਾ ਹੈ ਉਹ ਹੈ ਥਾਇਰਾਇਡ। ਜੇਕਰ ਹਾਈਪਰਥਾਇਰਾਇਡ ਜਾਂ ਫਿਰ ਥਾਇਰਾਇਡ ਦੀ ਮਾਤਰਾ ਘੱਟ ਹੋਵੇ ਤਾਂ ਹਾਈਪਰਥਾਇਰਾਇਡ ਇਹ ਵੀ ਸਹੀ ਨਾ ਹੋਵੇ ਤਾਂ ਇਹ ਵੀ ਅੰਡਾ ਦੇਣ ਦੀ ਪ੍ਰਕਿਰਿਆ ਨੂੰ ਰੋਕਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਬੱਚੇਦਾਨੀ ਵਿੱਚ ਕੀ ਦਿੱਕਤਾਂ ਹੋ ਸਕਦੀਆਂ ਹਨ। ਕੋਈ ਵੀ ਮਹਿਲਾ ਜਦ ਜਨਮ ਲੈਂਦੀ ਹੈ ਤਾਂ ਉਸ ਦੇ ਸਰੀਰ ਵਿੱਚ ਇੱਕ ਸੀਮਤ ਨੰਬਰ ਦੇ ਅੰਡੇ ਹੀ ਹੁੰਦੇ ਹਨ। ਜਿਵੇਂ ਕਿ ਉਸ ਦੀ ਉਮਰ ਵੱਧਦੀ ਜਾਂਦੀ ਹੈ ਤਾਂ ਇਹ ਅੰਡਿਆਂ ਦੀ ਗਿਣਤੀ ਵੀ ਘਟਦੀ ਜਾਂਦੀ ਹੈ ਤੇ ਗਿਣਤੀ ਦੇ ਨਾਲ ਨਾਲ ਉਹਨਾਂ ਦੀ ਕੁਆਲਿਟੀ ਵੀ ਘਟਦੀ ਜਾਂਦੀ ਹੈ। ਇਸ ਲਈ ਜੇਕਰ ਕਿਸੇ ਮਹਿਲਾ ਦੀ ਉਮਰ ਜ਼ਿਆਦਾ ਹੈ ਤਾਂ ਉਸ ਦਾ ਓਵਰੀਨ ਰਿਸੀਵ ਯਾਨੀ ਕਿ ਅੰਡਿਆਂ ਨਾਲ ਜਿਨ੍ਹਾਂ ਅੰਡਿਆਂ ਨਾਲ ਪੈਦਾ ਹੋਈ ਸੀ ਉਹਨਾਂ ਦੀ ਗਿਣਤੀ ਘਟ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਅੰਡਿਆਂ ਦੀ ਕੁਆਲਿਟੀ ਗੁਣਵੱਤਾ ਵੀ ਵਧੀਆ ਨਹੀਂ ਰਹੇਗੀ। ਇਸ ਦਾ ਮਤਲਬ ਜੇਕਰ ਗਰਭ ਧਾਰਨ ਹੋ ਵੀ ਜਾਂਦਾ ਹੈ ਤਾਂ ਬੱਚੇ ਦੀ ਮੰਦਬੁੱਧੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ। ਸਭ ਤੋਂ ਵੱਡਾ ਕਾਰਨ ਹੈ ਕਿ ਆਮ ਦੇਖਣ ਨੂੰ ਮਿਲਦਾ ਹੈ ਉਹ ਹੈ ਪੋਲੀਸਿਸਟਿਕ ਓਵਰੀਅਨ ਡਿਸੀਜ਼। ਇਹ ਆਮ ਤੌਰ ਤੇ ਸਟ੍ਰੈਸ ਅਤੇ ਹਾਰਮੋਨ ਵਿਗੜਨ ਕਰਕੇ ਹੁੰਦਾ ਹੈ। ਇਸ ਵਿੱਚ ਅੰਡਾ ਅੰਡੇਦਾਨੀ ਤੋਂ ਨਿਕਲ ਨਹੀਂ ਪਾਉਂਦਾ ਅਤੇ ਉਹ ਸਿਸਟ ਯਾਨੀ ਕਿ ਰਸੌਲੀ ਬਣ ਕੇ ਅੰਡੇਦਾਨੀ ਵਿੱਚ ਰਹਿ ਜਾਂਦਾ ਹੈ, ਜਿਸ ਕਾਰਨ ਓਵੂਲੇਸ਼ਨ ਨਹੀਂ ਹੁੰਦਾ। ਹੁਣ ਅਸੀਂ ਗੱਲ ਕਰਦੇ ਹਾਂ ਟਿਊਬ ਦੀ। ਅਸੀਂ ਜਿਵੇਂ ਪਹਿਲਾਂ ਸਮਝਿਆ ਸੀ ਕਿ ਪ੍ਰੈਗਨੈਂਸੀ ਹੋਣ ਵਾਸਤੇ ਸ਼ੁਕਰਾਣੂਆਂ ਅਤੇ ਅੰਡੇ ਦਾ ਮਿਲਣ ਫੈਲੋਪੀਅਨ ਟਿਊਬ ਵਿੱਚ ਹੁੰਦਾ ਹੈ। ਜੇਕਰ ਕਿਸੇ ਵੀ ਕਾਰਨ ਇਹ ਟਿਊਬ ਬੰਦ ਹੈ ਅਤੇ ਕੰਮ ਕਰ ਨਹੀਂ ਰਹੀ, ਚਾਹੇ ਅੰਡੇ ਬਣ ਰਹੇ ਹਨ ਚਾਹੇ ਸ਼ੁਕਰਾਣੂ ਵੀ ਆ ਰਹੇ ਹਨ ਅਤੇ ਅੰਡੇ ਅਤੇ ਸ਼ੁਕਰਾਣੂਆਂ ਦਾ ਮਿਲਣ ਨਹੀਂ ਹੋ ਪਾਏਗਾ। ਇਸ ਟਿਊਬ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਇਨਫੈਕਸ਼ਨ। ਜੇਕਰ ਬੱਚੇਦਾਨੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਗਈ ਹੈ ਤਾਂ ਇਹ ਇਨਫੈਕਸ਼ਨ ਟਿਊਬ ਵਿੱਚ ਜਾ ਕੇ ਟਿਊਬ ਨੂੰ ਬੰਦ ਕਰ ਦਿੰਦਾ ਹੈ। ਜਿਵੇਂ ਕਿ TB ਹੋਣਾ, ਹੋਰ ਵੀ ਬਹੁਤ ਸਾਰੀਆਂ ਇਨਫੈਕਸ਼ਨਸ ਹਨ ਜੋ ਕਿ ਟਿਊਬ ਨੂੰ ਬੰਦ ਕਰ ਦਿੰਦੀਆਂ ਹਨ ਅਤੇ ਫਿਰ ਚਾਹੇ ਅੰਡਾ ਬੰਦ ਹੋਵੇ ਅਤੇ ਸ਼ੁਕਰਾਣੂ ਵੀ ਅੰਡੇ ਹੋਣ ਤਾਂ ਅੰਡਾ ਤੇ ਸ਼ੁਕਰਾਣੂ ਨਹੀਂ ਮਿਲ ਪਾਉਂਦੇ ਅਤੇ ਪ੍ਰੈਗਨੈਂਸੀ ਵਿੱਚ ਰੁਕਾਵਟ ਪੈਦਾ ਹੁੰਦੀਆਂ ਹਨ। ਅਸੀਂ ਗੱਲ ਕਰਦੇ ਹਾਂ ਪਰਤ ਦੇ ਬਾਰੇ, ਜੋ ਬੱਚੇਦਾਨੀ ਦੀ ਪਰਤ ਹੈ ਜਿਸ ਤੇ ਭਰੂਣ ਬਣਦਾ ਹੈ। ਜੋ ਭਰੂਣ ਬਣਨ ਤੋਂ ਬਾਅਦ 5ਵੇਂ ਦਿਨ ਬੱਚੇਦਾਨੀ ਵਿੱਚ ਆ ਕੇ ਆਪਣੀ ਪਰਤ ਬੱਚੇਦਾਨੀ ਦੇ ਵਿੱਚ ਆਪਣੀ ਜੜ ਬਣਾਉਂਦਾ ਹੈ। ਇਸ ਲਈ ਜੇਕਰ ਇਹ ਪਰਤ ਤੰਦਰੁਸਤ ਨਹੀਂ ਹੋਵੇਗੀ ਤਾਂ ਵੀ ਪ੍ਰੈਗਨੈਂਸੀ ਨਹੀਂ ਚੱਲ ਪਾਵੇਗੀ। ਇਹ ਪਰਤ ਚੰਗੀ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹਾਰਮੋਨਸ ਦੀ ਗੜਬੜੀ ਹੈ। ਜੇਕਰ ਸਹੀ ਮਾਤਰਾ 'ਚ ਹਾਰਮੋਨਸ ਨਹੀਂ ਬਣਨਗੇ ਤਾਂ ਭਰੂਣ ਪਰਤ 'ਚ ਜਗ੍ਹਾ ਨਹੀਂ ਬਣਾ ਪਾਵੇਗਾ। ਦੂਸਰਾ ਕਾਰਨ ਇਸ ਪਰਤ ਦੇ ਨਾ ਬਣਨ ਦਾ ਇਹ ਹੈ ਕਿ ਬੱਚੇਦਾਨੀ 'ਚ ਕੋਈ ਇਨਫੈਕਸ਼ਨ
ਹੋਈ ਹੋਵੇ ਜਾਂ ਪਰਤ ਦੀਆਂ ਦੀਵਾਰਾਂ ਆਪਸ 'ਚ ਚਿਪਕ ਗਈਆਂ ਹੋਣ ਤਾਂ ਵੀ ਭਰੂਣ ਪਰਤ ਕੇ ਆਪਣੀ ਜੜ ਨਹੀਂ ਜਮਾ ਪਾਉਂਦਾ। ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਵੇਗਾ ਕਿਸੇ ਨੂੰ ਫਾਈਬਰੋਇਡ ਜਾਂ ਰਸੌਲੀ ਅਤੇ ਟਿਊਮਰ ਬੱਚੇਦਾਨੀ ਨਾ ਹੋਣ, ਜਾਂ ਫਿਰ ਕਈ ਔਰਤਾਂ ਵਿੱਚ ਬੱਚੇਦਾਨੀਆਂ ਦੇ 2 ਹੁੰਦੀਆਂ ਹਨ। ਕਿਸੇ 'ਚ ਸਿਪਟਮ ਯਾਨੀ ਬੱਚੇਦਾਨੀਆਂ 2 ਭਾਗਾਂ ਵਿੱਚ ਵੰਡੀ ਹੋਵੇ ਤਾਂ ਵੀ ਪ੍ਰੈਗਨੈਂਸੀ ਹੋਣ 'ਚ ਦਿੱਕਤ ਹੁੰਦੀ ਹੈ। ਇਹ ਸੀ ਕੁਝ ਕਾਰਨ ਔਰਤਾਂ ਵਿੱਚ ਬਾਂਝਪਨ ਦੇ। ਜੇਕਰ ਤੁਸੀਂ ਵੀ ਬਾਂਝਪਨ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਅੱਜ ਹੀ ਸਾਡੇ ਗੋਮਤੀ ਥਾਪਰ ਹਸਪੀਟਲ ਦੇ ਮਾਹਿਰ ਡਾਕਟਰਾਂ ਨੂੰ ਮਿਲੋ ਅਤੇ ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ।